ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ। ਏ ਰਸਨਾ ਤੋ ਅਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਪਿਆਸ ਨਾ ਜਾਏ ਹੋਰਤ ਕਿਤੈ, ਜਿਚਰ ਹਰ ਰਸ ਪੱਲੇ ਨਾ ਪਾਏ। ਹਰ ਰਸ ਪਾਏ ਪੱਲੇ, ਪੀਏ ਹਰ ਰਸ। ਬਹੁੜ ਨਾ ਤ੍ਰਿਸ਼ਨਾ ਲਾਗੇ ਆਏ। ਇਹ ਹਰ ਰਸ ਕਰਮੀ ਪਾਈਐ, ਸਤਿਗੁਰ ਮਿਲੈ ਜਿਸ ਆਏ। ਕਹਿ ਨਾਨਕ ਹੋਰ ਅਨ ਰਸ ਸਭ ਵਿਸਰੈ, ਜਾਂ ਹਰ ਵਸੈ ਮਨ ਆਏ। ਕਹਿ ਨਾਨਕ ਹੋਰ ਅਨ ਰਸ ਸਭ ਵਿਸਰੈ, ਜਾਂ ਹਰ ਵਸੈ ਮਨ ਆਏ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਜੁਗ ਹੋ ਜੁਗੇ ਅਟਲ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਤਿਗੁਰਾਂ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਸੁਭਾਈਮਾਨ ਗੁਰੂ ਸਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ। ਸਤਿਗੁਰਾਂ ਨੇ ਅਪਾਰ ਬਖਸ਼ਿਸ਼ ਨਦਰ ਕੀਤੀ ਹੈ, ਜੋ ਸਤਿਗੁਰਾਂ ਕੀ ਪਾਵਨ ਗੋਦ ਵਿੱਚ ਬੈਠ ਕੇ ਆਪ ਜੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਬੜੇ ਪਿਆਰ ਔਰ ਬੜੀ ਭਾਵਨਾ ਔਰ ਬੜੀ ਇਕਾਗਰਤਾ ਦੇ ਨਾਲ ਸਰਵਨ ਕਰ ਰਹੇ ਸੋ। ਧੰਨ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਸਤਿਗੁਰਾਂ ਦੀ ਪਾਕ ਮੁਬਾਰਕ ਰਚਨਾ ਤੋਂ ਉਚਾਰਨ ਕੀਤੇ ਹੋਏ ਅੰਮ੍ਰਿਤਮਈ ਬਚਨ ਪਾਵਨ ਸ਼੍ਰੀ ਆਨੰਦ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ, ਜਿਸ ਅੰਮ੍ਰਿਤ ਬਾਣੀ ਦੀ ਵਿਚਾਰ ਆਪ ਇਹਨਾਂ ਪਾਵਨ ਦੀਵਾਨਾਂ ਦੇ ਵਿੱਚ ਸਰਵਨ ਕਰ ਰਹੇ ਹੋ। ਅੱਜ ਵਿਚਾਰ ਅਧੀਨ ਇਹ ਪਾਵਨ ਸ਼ਬਦ ਸਾਧ ਸੰਗਤ ਜੀ ਆਪ ਜੀ ਨੇ ਬੜੇ ਪਿਆਰ ਨਾਲ ਸਰਵਨ ਕੀਤਾ ਹੈ। ਸਤਿਗੁਰ ਕੀ ਪਾਵਨ ਬਾਣੀ ਦੇ ਅੰਦਰੋਂ ਧੰਨ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਸਤਿਗੁਰਾਂ ਦੀ ਮੁਬਾਰਕ ਰਚਨਾ ਤੋਂ ਉਚਾਰਨ ਕੀਤੇ ਹੋਏ ਇਹ ਅੰਮ੍ਰਿਤ ਬਚਨ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਮੁਬਾਰਕ ਅੰਗ 921 ਤੇ ਸੁਭਾਈਮਾਨ ਨੇ, ਔਰ ਇਹ 32 ਨੰਬਰ ਪੌੜੀ ਸਾਧ ਸੰਗਤ ਜੋ ਆਪ ਜੀ ਨੇ ਸਰਵਨ ਕੀਤੀ ਹੈ। ਆਓ ਇਹਨਾਂ ਅੰਮ੍ਰਿਤ ਬਚਨਾਂ ਨੂੰ ਆਪਾਂ ਸਤਿਗੁਰ ਦੀ ਅਸੀਸ ਦੇ ਸਦਕਾ ਵਿਚਾਰਨ ਦਾ ਯਤਨ ਕਰਨਾ ਹੈ। ਆਪ ਜਿਤਨੇ ਤਨ ਸਤਿਗੁਰਾਂ ਦੀ ਪਾਵਨ ਪਾਕ ਮੁਕੱਦਸ ਨਿੱਘੀ ਗੋਦ ਅੰਦਰ ਜੁੜ ਬੈਠੇ ਹੋ, ਦੇਹੋ ਅਸੀਸ। ਆਪ ਸੰਗਤ ਦੀ ਅਸੀਸ ਦੇ ਨਾਲ ਇਹਨਾਂ ਅੰਮ੍ਰਿਤ ਬਚਨਾਂ ਨੂੰ ਆਪ ਜੀ ਦੇ ਨਾਲ ਸਾਂਝਾ ਕਰਨ ਦਾ ਯਤਨ ਕਰ ਸਕੀਏ। ਬਖਸ਼ੋ ਆਪਣੀ ਅਸੀਤ ਸਾਧ ਸੰਗਤ ਜੀ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਤਿਗੁਰਾਂ ਨੇ ਬੇਅੰਤ ਕਿਰਪਾ ਕੀਤੀ ਹੈ। ਅੰਮ੍ਰਿਤਮਈ ਬਾਣੀ ਦੇ ਅੰਦਰ ਮਨੁੱਖ ਨੂੰ ਅਮੋਲਕ ਜੀਵਨ ਜਾਂਚ ਦਾ ਖਜ਼ਾਨਾ ਬਖਸ਼ਿਸ਼ ਕੀਤਾ ਹੈ। ਸਾਧ ਸੰਗਤ ਇਹ ਗੱਲ ਸੱਚ ਹੈ ਕਿ ਮਨੁੱਖ ਇਸ ਸੰਸਾਰ ਇਸ ਜਗਤ ਦੇ ਅੰਦਰ
ਉਦੋਂ ਹੀ ਆਪਣੇ ਆਪ ਨੂੰ ਸੁਭਾਗਾ ਸਮਝ ਸਕਦਾ ਹੈ ਜਦੋਂ ਉਹ ਪਰਮਾਤਮਾ ਦੀ ਬਖਸ਼ਿਸ਼ ਰੱਬੀ ਹੁਕਮ ਦੇ ਅੰਦਰ ਆਪਣੇ ਜੀਵਨ ਨੂੰ ਆਪਣੇ ਇਸ ਅਮੋਲਕ ਦਾਤ ਜੋ ਪਰਮਾਤਮਾ ਨੇ ਬਖਸ਼ਿਸ਼ ਕੀਤੀ ਹੈ, ਕਬੀਰ ਮਾਨਸ ਜਨਮ ਦੁਲੰਭ ਹੈ ਹੋਏ ਨਾ ਬਾਰੇ ਬਾਰ, ਇਹਨੂੰ ਪਰਮਾਤਮਾ ਦੇ ਹੁਕਮ ਦੇ ਵਿੱਚ ਜੀਣ ਦਾ ਯਤਨ ਕਰਦਾ ਹੈ। ਇੱਕ ਬਚਨ ਹਮੇਸ਼ਾ ਯਾਦ ਰੱਖੀਏ ਕਿ ਕੰਮ ਭਾਵੇਂ ਅਸੀਂ ਜੀਵਨ ਦੇ ਅੰਦਰ ਕੋਈ ਵੀ ਕਰਨਾ ਹੋਵੇ, ਪਰ ਹਰ ਕੰਮ ਜਿਹੜਾ ਹੈ ਉਹ ਉਦਮ ਤੋਂ ਬਿਨਾਂ ਕਦੀ ਸਫਲ ਨਹੀਂ ਹੁੰਦਾ। ਉਦਮ ਤੋਂ ਬਿਨਾਂ ਕੋਈ ਵੀ ਕਾਰਜ ਜਿਹੜਾ ਹੈ ਉਹ ਪ੍ਰਵਾਨ ਨਹੀਂ ਚੜ੍ਹਦਾ। ਜੀਵਨ ਦਾ ਹਰ ਕਰਮ ਉਦਮ ਦੇ ਉੱਪਰ ਟਿਕਿਆ ਹੋਇਆ। ਸਾਹਿਬਾਂ ਦੀ ਪਾਵਨ ਬਾਣੀ ਦਾ ਬੜਾ ਪਿਆਰਾ ਅੰਮ੍ਰਿਤ ਬਚਨ ਹੈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ। ਸਾਹਿਬ ਕਹਿੰਦੇ ਨੇ, ਉਦਮ ਕਰੇਂਦਿਆਂ ਜਿਉ ਤੂੰ, ਕਮਾਵੰਦਿਆਂ ਸੁਖ ਪੁੰਚ, ਧਿਆਇਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਉਦਮ ਕਰ, ਕਿਉਂਕਿ ਉਦਮ ਕਰੇਗਾ ਤਾਂ ਤੂੰ ਸੰਸਾਰ ਦੇ ਅੰਦਰ ਸਫਲ ਹੋਏਗਾ। ਜੀਵਨ ਦਾ ਕੋਈ ਛਣ ਵੇਖ ਲਈਏ ਸਾਧ ਸੰਗਤ, ਬੰਦਾ ਬਚਪਨ ਤੋਂ ਲੈ ਕੇ ਅਖੀਰਲੇ ਸਵਾਸ ਤੱਕ ਉਦਮ ਹੀ ਕਰਦਾ ਹੈ। ਪਰ ਪਾਤਸ਼ਾਹ ਕਹਿੰਦੇ ਨੇ, ਜਿੱਥੇ ਸੰਸਾਰ ਦੇ ਇੰਨੇ ਉਦਮ ਕੀਤੇ, ਉੱਥੇ ਕਿਤੇ ਤੂੰ ਪਰਮਾਤਮਾ ਨਾਲ ਜੁੜਨ ਦਾ ਵੀ ਉਦਮ ਕਰ ਲੈਂਦਾ। ਤੂੰ ਸਾਰੀ ਜ਼ਿੰਦਗੀ ਬਾਹਰਮੁਖੀ ਪਦਾਰਥ ਬਹੁਤ ਇਕੱਠੇ ਕੀਤੇ ਉਦਮ ਕਰਕੇ, ਕਿਤੇ ਆਪਣੀ ਸਵਾਸਾਂ ਰੂਪੀ ਪੂੰਜੀ ਨੂੰ ਸਫਲ ਕਰਨ ਦੇ ਲਈ ਤੂੰ ਚੰਗੇ ਗੁਣਾਂ ਦਾ ਖਜ਼ਾਨਾ ਵੀ, ਅਮੋਲਕ ਖਜ਼ਾਨਾ ਵੀ ਇਕੱਠਾ ਕਰ ਲੈਂਦਾ। ਤੂੰ ਸੰਸਾਰ ਦੇ ਪਦਾਰਥ ਬੜੇ ਇਕੱਠੇ ਕੀਤੇ, ਆਪਣਾ ਘਰ ਭਰ ਲਿਆ, ਬੈਂਕ ਭਰ ਲਏ, ਪਰ ਕਿਤੇ ਥੋੜਾ ਜਿਹਾ ਖਜ਼ਾਨਾ ਤੂੰ ਆਪਣੇ ਜੀਵਨ ਦੇ ਵਿੱਚ ਪਰਮਾਤਮਾ ਦੇ ਨਾਮ ਦੀ ਰਾਸ ਪੂੰਜੀ ਇਕੱਠੀ ਕੀਤੀ ਹੁੰਦੀ, ਜੋ ਤੇਰੇ ਆਤਮਿਕ ਜੀਵਨ ਦੇ ਸਫ਼ਰ ਵਿੱਚ ਤੇਰੇ ਕੰਮ ਆ ਜਾਂਦੀ। ਸਤਿਗੁਰ ਕਹਿੰਦੇ ਨੇ, ਫਿਰ ਤੇਰਾ ਜੀਵਨ ਸੰਸਾਰ ਦੇ ਅੰਦਰ ਸਫਲਾ ਹੋ ਜਾਣਾ ਸੀ। ਤਾਂ ਹੀ ਪਾਤਸ਼ਾਹ ਜੀ ਨੇ ਜਿੱਥੇ ਉਦਮ ਦੀ ਗੱਲ ਕੀਤੀ ਹੈ ਨਾ, ਉੱਥੇ ਇਹ ਬਚਨ ਕਿਹਾ ਵੀ ਕਮਾਵੰਦਿਆਂ ਸੁਖ ਪੁੰਚ, ਤੇ ਅਗਲਾ ਬਚਨ ਸਤਿਗੁਰ ਕਹਿੰਦੇ ਨੇ, ਧਿਆਇਂਦਿਆਂ ਤੂੰ ਪ੍ਰਭੂ ਮਿਲ। ਧਿਆਨ ਦਾ ਵੀ ਉਦਮ ਕਰ, ਰੱਬ ਨੂੰ ਚੇਤੇ ਕਰਨ ਦਾ ਉਦਮ ਵੀ ਕਰ। ਸਿਰਫ ਬਾਹਰਮੁਖੀ ਫਿਜ਼ੀਕਲੀ ਉਦਮ ਨਹੀਂ, ਇਹਨੂੰ ਪ੍ਰੈਕਟੀਕਲੀ ਆਪਣੇ ਜੀਵਨ ਦੇ ਵਿੱਚ ਤੂੰ ਲੈ ਕੇ ਆਣਾ ਹੈ। ਇਸ ਰਸਨਾ ਤੋਂ ਸਿਰਫ ਕਹਿਣਾ ਹੀ ਨਹੀਂ ਹੈ, ਉਸ ਕਹੇ ਹੋਏ ਨੂੰ ਤੂੰ ਆਪਣੇ ਜੀਵਨ ਦੇ ਹਰ ਕਰਮ ਦੇ ਵਿੱਚ ਵੀ ਸ਼ਾਮਲ ਕਰਨਾ ਹੈ। ਵੈਸੇ ਸਾਧ ਸੰਗਤ ਬੜੀ ਵਿਚਾਰਨਯੋਗ ਗੱਲ ਹੈ ਕਿ ਬੰਦਾ ਦੁਨਿਆਵੀ ਉਦਮ ਜਦੋਂ ਕਰਦਾ ਹੈ ਨਾ, ਉਹਨਾਂ ਨੂੰ ਪ੍ਰੈਕਟੀਕਲੀ ਕਰਦਾ ਹੈ। ਪ੍ਰੈਕਟੀਕਲੀ ਵੇਖੋ, ਬੰਦੇ ਦੇ ਜ਼ਿਹਨ ਵਿੱਚ ਖਿਆਲ ਆਇਆ ਵੀ ਮੈਂ ਕੋਈ ਵਪਾਰ ਕਰਾਂ, ਕੋਈ ਬਿਜ਼ਨਸ ਕਰਾਂ। ਜਦੋਂ ਸਾਧ ਸੰਗਤ ਇਹ ਵਪਾਰ ਬਿਜ਼ਨਸ ਕਰਨ ਦੀ ਗੱਲ ਮਨ ਵਿੱਚ ਸੋਚਦਾ ਹੈ, ਤੇ ਪਹਿਲਾ ਸਟੈਪ ਜਿਹੜਾ ਹੈ ਉਹ ਫਿਰ ਉਹਦੇ ਪ੍ਰਤੀ ਆਪਣੇ ਜੀਵਨ ਦੇ ਵਿੱਚ ਉਸ ਕਾਰਜ ਨੂੰ ਸਫਲ ਕਰਨ ਦੇ ਲਈ ਉਦਮ ਕਰਦਾ ਹੈ। ਔਰ ਉਹ ਉਦਮ ਸਿਰਫ ਸੋਚਣ ਦੇ ਤਲ ਤੱਕ ਸੀਮਿਤ ਨਹੀਂ ਹੁੰਦਾ, ਉਹਨੂੰ ਉਹ ਪ੍ਰੈਕਟੀਕਲੀ ਕਰਦਾ ਹੈ। ਇੱਕ ਦੁਕਾਨ ਖਰੀਦਦਾ ਹੈ, ਕਿਹੜੇ ਚੀਜ਼ ਦਾ ਵਪਾਰ ਕਰਨਾ ਹੈ, ਕੱਪੜੇ ਦਾ ਕਰਨਾ ਹੈ, ਬਰਤਨਾਂ ਦਾ ਕਰਨਾ ਹੈ, ਕਿਸ ਚੀਜ਼ ਦਾ ਵਪਾਰ ਕਰਨਾ ਹੈ, ਉਹ ਬਰਤਨ, ਉਹ ਕੱਪੜੇ, ਵਸਤੂ ਖਰੀਦਦਾ ਹੈ। ਫਿਰ ਸਾਰਾ ਦਿਨ ਦੁਕਾਨ ਤੇ ਬੈਠ ਕੇ ਉਹਨੂੰ ਵੇਚਦਾ ਹੈ। ਇਹ ਪ੍ਰੈਕਟੀਕਲੀ ਉਦਮ ਹੈ। ਪਰ ਧਰਮ ਦੀ ਦੁਨੀਆ ਦੇ ਅੰਦਰ ਜਦੋਂ ਇਹ ਧਰਮ ਦੀ ਗੱਲ ਕਰਦਾ ਹੈ, ਜਦੋਂ ਰੱਬ ਦੀ ਗੱਲ ਕਰਦਾ ਹੈ, ਜਦੋਂ ਨਾਮ ਦੀ ਗੱਲ ਕਰਦਾ ਹੈ, ਜਦੋਂ ਪਰਮਾਤਮਾ ਦੀ ਗੱਲ ਕਰਦਾ ਹੈ, ਸਾਧ ਸੰਗਤ ਉਦੋਂ ਸਾਰੇ ਉਦਮ ਕਹਿੰਦਾ ਸਿਰਫ ਜ਼ੁਬਾਨੀ ਹੋ ਜਾਣ, ਉਹਨਾਂ ਨੂੰ ਮੈਂ ਪ੍ਰੈਕਟੀਕਲ ਜੀਵਨ ਵਿੱਚ ਸ਼ਾਮਲ ਕਰਾਂ ਹੀ ਨਾ।
ਬਾਬਾ ਕਬੀਰ ਸਾਹਿਬ ਜੀ ਦੇ ਬੜੇ ਪਿਆਰੇ ਬਚਨ ਨੇ। ਅੱਜ ਜੋ ਸਤਿਗੁਰੂ ਗੁਰੂ ਅਮਰਦਾਸ ਜੀ ਨੇ ਪਾਵਨ ਬਚਨ ਬਖਸ਼ੇ ਨੇ, ਇਸ ਸ਼ਬਦ ਦੇ ਵਿੱਚ ਸਤਿਗੁਰ ਨੇ ਬਚਨ ਕਹੇ ਨੇ, ਇਹ ਰਸਨਾ ਤੂੰ ਅਨ ਰਸ ਰਾਚ ਰਹੀ। ਰਸਨਾ ਨੂੰ ਸੰਬੋਧਨ ਕੀਤਾ ਹੈ ਸਤਿਗੁਰ ਨੇ। ਔਰ ਸਾਧ ਸੰਗਤ ਤੇ ਸਾਡੇ ਸਰੀਰ ਦੇ ਪਾਰਟ ਜਿਹੜੇ ਨੇ ਇਹ ਗਿਆਨ ਇੰਦਰੇ ਨੇ। ਇਹਨਾਂ ਦੇ ਨਾਲ ਬੰਦਾ ਗਿਆਨ ਹਾਸਲ ਕਰਦਾ ਹੈ। ਜਿਵੇਂ ਰਸਨਾ ਇਹ ਸਾਡੇ ਅੰਦਰ ਨੂੰ, ਮਨ ਨੂੰ ਸੁਚੇਤ ਕਰਦੀ ਹੈ ਵੀ ਕਿਹੜਾ ਪਦਾਰਥ ਕੌੜਾ ਹੈ, ਕਿਹੜਾ ਪਦਾਰਥ ਮਿੱਠਾ ਹੈ, ਕਿਹੜਾ ਖਾਣ ਯੋਗ ਹੈ, ਕਿਹੜਾ ਖਾਣ ਯੋਗ ਨਹੀਂ। ਪਰ ਬੜੀ ਕਮਾਲ ਦੀ ਗੱਲ ਹੈ, ਰਸਨਾ ਦੇ ਉੱਪਰ ਪਦਾਰਥ ਰੱਖਿਆ ਜਾਏ, ਇਹ ਪਦਾਰਥ ਦੇ ਸਵਾਦ ਨੂੰ ਦੱਸ ਦਿੰਦੀ ਹੈ। ਪਰ ਸਾਰੀ ਜ਼ਿੰਦਗੀ ਬੰਦਾ ਇਸ ਰਸਨਾ ਦੇ ਨਾਲ ਸ਼ਬਦ ਬੋਲਦਾ ਹੈ, ਵਿਚਾਰ ਬੋਲਦਾ ਹੈ, ਬਹੁਤ ਕੁਝ ਬੋਲਦਾ ਹੈ, ਪਰ ਸਾਰੀ ਜ਼ਿੰਦਗੀ ਇਹਨੂੰ ਇਹ ਨਹੀਂ ਸਮਝ ਆਉਂਦੀ ਮੈਂ ਇਸ ਰਸਨਾ ਦੇ ਨਾਲ ਬੋਲਣਾ ਕੀ ਹੈ। ਸਾਰੀ ਜ਼ਿੰਦਗੀ ਇਹ ਹੋਰ ਪਦਾਰਥਾਂ ਦੇ ਰਸਤੇ ਚੱਖਦੀ ਹੈ, ਪਰ ਪਾਤਸ਼ਾਹ ਜੀ ਕਹਿੰਦੇ ਨੇ ਇਹਨੂੰ ਇਹ ਗੱਲ ਸਮਝ ਵਿੱਚ ਨਹੀਂ ਆਉਂਦੀ ਵੀ ਅਸਲ ਰਸ ਕਿਹੜਾ ਹੈ ਜਿਹੜਾ ਮੈਂ ਚੱਖਣਾ ਹੈ। ਬਾਬਾ ਫਰੀਦ ਸਾਹਿਬ ਜੀ ਦਾ ਇੱਕ ਬਹੁਤ ਪਿਆਰਾ ਅਮੋਲਕ ਬਚਨ ਹੈ। ਫਰੀਦ ਜੀ ਕਹਿੰਦੇ ਨੇ, ਸ਼ੱਕਰ ਖੰਡ ਨਿਵਾਤ ਗੁੜ। हे मेरे साईं, मेरे मालिक, मेरे अल्लाह, शक्कर खंड निवात कहते ने मिश्री नूं ते गुड़। माखियो माझा दुध। माखियो का मतलब होंदा है मक्खीए तो प्राप्त होया शहद ते दुध। ये सारियां वस्तुआं धन गुरु ग्रंथ साहिब जी बाबा फरीद साहब कहते ने बहुत मिठियां ने। इन्हां दी मिठास तो बाबा फरीद साहब कहते ने मैं इनकारी नहीं हाँ, पर एक गल ध्यान रखन वाली, वो कहते सभे वस्तु मिठियां रब ना पूजन तुद। सतगुर ए उस मिठास दे तुल नहीं जिहड़ी मिठास तेरे नाम विच होए। साध संगत मैं बेनती पहलों कीती है, ये प्रैक्टिकली चीज़ां ने। ਇਹ ਮੈਂ ਤੁਹਾਡੇ ਸਾਹਮਣੇ ਜ਼ੁਬਾਨੀ ਕਹਿ ਦਿਆਂ ਤੇ ਤੁਸੀਂ ਮੇਰੀ ਇਸ ਗੱਲ ਨੂੰ ਸੁਣ ਲਵੋ। ਇਹਨੂੰ ਸੁਣਨ ਵਿੱਚ ਵੀ ਬੜਾ ਰਸ ਆ ਰਿਹਾ ਤੇ ਇਹਨੂੰ ਕਹਿਣ ਵਿੱਚ ਵੀ ਬੜਾ ਰਸ ਆ ਰਿਹਾ, ਪਰ ਅਸਲ ਵਿੱਚ ਇਹ ਜਦੋਂ ਪ੍ਰੈਕਟੀਕਲ ਕਰਾਂਗੇ ਫਿਰ ਐਸਾ ਰਸ ਆਏਗਾ ਜਿਹੜਾ ਕਹਿਣ ਤੇ ਸੁਣਨ ਤੋਂ ਵੀ 100 ਗੁਣਾ ਜ਼ਿਆਦਾ ਹੋਏਗਾ। ਇਹ ਕਹਿਣਾ ਸੁਣਨਾ ਤੇ ਸਿਰਫ ਇਸ ਤਰ੍ਹਾਂ ਦਾ ਜਿਵੇਂ ਮੰਨ ਲਓ ਮੈਂ ਕਿਸੇ ਦਿੱਲੀ ਦੀ ਧਰਤੀ ਤੇ ਬੈਠਾ ਤੇ ਮੈਂ ਜਾਣਾ ਅੰਮ੍ਰਿਤਸਰ ਹੈ ਤੇ ਮੈਂ ਤੁਹਾਨੂੰ ਕਹਿ ਰਿਹਾ ਵੀ ਭਾਈ ਅੰਮ੍ਰਿਤਸਰ ਜਾਣਾ ਹੈ, ਇੱਥੋਂ ਚੱਲਣਾ ਹੈ, ਇਸ ਥਾਂ ਤੇ ਪਹੁੰਚਣਾ ਹੈ, ਉੱਥੋਂ ਟ੍ਰੇਨ ਫੜਨੀ ਹੈ, ਫਿਰ ਉਸ ਥਾਂ ਤੇ ਪਹੁੰਚਣਾ ਹੈ, ਉੱਥੋਂ ਫਿਰ ਅੱਗੇ ਰਿਕਸ਼ਾ ਫੜਨਾ ਹੈ, ਫਿਰ ਉਸ ਥਾਂ ਤੇ ਪਹੁੰਚਣਾ ਹੈ। ਤੁਸੀਂ ਮੇਰੀ ਗੱਲ ਸੁਣ ਲਈ। ਹੁਣ ਕਹਿਣ ਤੇ ਸੁਣਨ ਵਿੱਚ ਆਨੰਦ ਬੜਾ ਆਇਆ, ਪਰ ਸਫ਼ਰ ਤੇ ਤੈਅ ਨਹੀਂ ਹੋਇਆ। ਸਫ਼ਰ ਤੇ ਉਦੋਂ ਤੈਅ ਹੋਏਗਾ ਜਦੋਂ ਪ੍ਰੈਕਟੀਕਲੀ ਇਸ ਕਹੇ ਸੁਨੇ ਨੂੰ ਕਰਾਂਗੇ। ਅਸੀਂ ਧਰਮ ਦੀ ਦੁਨੀਆ ਦੇ ਅੰਦਰ ਕਹਿ ਬਹੁਤ ਕੁਝ ਰਹੇ ਹਾਂ, ਸੁਣ ਬਹੁਤ ਕੁਝ ਰਹੇ ਹਾਂ, पर साध संगत जी ये सच है कि प्रैक्टिकली जिहड़ी चीज़ सानू करनी चाहिए असीं अपने जीवन विच नहीं कर रहे। अज धन गुरु अमरदास पातशाह जी कहते ने, मेरी रसना देख, परमात्मा ने तेनू इस शरीर दे नाल लाया है, तो सारी जिंदगी होर रसां दे विच खुआर हो गई। तू जिहड़ा रस असल विच चखना सी वो रस तू चखिया ही नहीं। किन्नी कमाल दी गल है, बंदा किसी काम लई आया होवे, जिस काम लई आया है वो काम इन्हें कीता ही ना होवे ते होर काम करके ते वापस चला जाए। मेरे सतगुर पातशाह कहंदे ने उस बंदे नूं कौन भला आखेगा, कौन चंगा आखेगा। क्यों? क्योंकि जिहड़ा काम करन लई आया सी वो कीता ही नहीं। मेरे सतगुर पातशाह जी तां ही कहंदे ने, बाबा फरीद साहब कहंदे ने, सभे वस्तु मिठियां रब ना पूजन तुद। सतगुर मिठियां सारियां चीज़ां ने, पर यह भी सच है भी नाम दे तोले ना विचों कोई भी नहीं। बाबा कबीर साहब जी कहते ने, रारा रस निरस कर जाने। ਜਦੋਂ मैं दुनिया दे ये रस निरस करके, निरस का मतलब होता है बेरसे करके जान ले, ਜਦੋਂ ਮੈਨੂੰ ਸਮਝ ਆ ਗਈ ਵੀ ਮੈਂ ਇਸ ਰਸਨਾ ਦੇ ਨਾਲ ਸਿਰਫ ਦੁਨੀਆ ਦੇ ਇਹ ਪਦਾਰਥਾਂ ਦੇ ਰਸ ਭੋਗਣ ਨਹੀਂ ਆਇਆ,
ਬਲਕਿ ਦੁਨੀਆ ਦੇ ਪਦਾਰਥਾਂ ਦੇ ਰਸ ਇਸ ਕਰਕੇ ਮੈਂ ਭੋਗਣੇ ਨੇ ਤਾਂ ਕਿ ਮੇਰੇ ਸਵਾਸ ਚੱਲਦੇ ਰਹਿਣ, ਮੇਰੇ ਉਦਰ ਭਰਿਆ ਰਹੇ, ਮੈਂ ਸੰਸਾਰ ਦੀ એનર્ਜੀ ਊਰਜਾ ਮੈਨੂੰ ਮਿਲਦੀ ਰਹੇ ਤੇ ਮੈਂ ਕਰਮ ਕਰਦਾ ਰਵਾਂ। ਪਰ ਜਦੋਂ ਮੈਂ ਪਦਾਰਥਾਂ ਨੂੰ ਰਸ ਬਣਾ ਲਿਆ ਫਿਰ ਬੜਾ ਔਖਾ ਹੋ ਗਿਆ ਮੇਰੇ ਲਈ ਜੀਵਨ ਜਿਉਣਾ। ਪਰ ਬਾਬਾ ਜੀ ਕਹਿੰਦੇ ਨੇ ਰਾਰਾ ਰਸ ਨਿਰਸ ਕਰ ਜਾਣਿਆ, ਮੈਂ ਦੁਨੀਆ ਦੇ ਰਸਾਂ ਨੂੰ ਨਿਰਸ ਕਰਕੇ ਜਾਣ ਲਿਆ। ਇਹਨਾਂ ਦੀ ਮੈਨੂੰ ਸਮਝ ਆ ਗਈ ਵੀ ਇਹ ਸਭ ਬੇਰਸੇ ਨੇ, ਬੇਸਵਾਦੇ ਨੇ। ਇਹ ਸਰੀਰ ਦੀ એનર્ਜੀ ਕਰਕੇ ਰੱਬ ਨੇ ਤੈਨੂੰ ਦਿੱਤੇ ਨੇ, ਤੇਰੇ ਅੰਦਰ ਸੱਤਿਆ ਤੇ ਤਾਕਤ ਤੇ ਬਲ ਬਣਿਆ ਰਹੇ। ਫਿਰ ਨਾਲ ਕਹਿੰਦੇ ਨੇ ਰਾਰਾ ਰਸ ਨਿਰਸ ਕਰ ਜਾਣਿਆ, ਹੋਏ ਨਿਰਸ ਸੋ ਰਸ ਪਹਿਚਾਨਿਆ। ਜਦੋਂ ਮੈਂ ਇਹਨਾਂ ਵਾਲੇ ਪਾਸਿਓਂ ਨਿਰਸ ਹੋ ਗਿਆ ਤੇ ਬਾਬਾ ਫਰੀਦ ਸਾਹਿਬ ਕਹਿੰਦੇ, ਕਬੀਰ ਸਾਹਿਬ ਕਹਿੰਦੇ ਨੇ ਫਿਰ ਮੈਨੂੰ ਪ੍ਰਮਾਤਮਾ ਦੇ ਨਾਮ ਰਸ ਦੀ ਸੋਝੀ ਆ ਗਈ। ਫਿਰ ਮੈਨੂੰ ਸਮਝ ਆ ਗਈ ਵੀ ਨਾਮ ਰਸ ਦੇ ਵਿੱਚ ਮਿਠਾਸ ਕਿੰਨੀ ਹੋਏ। ਨਿਰਸ ਸੋ ਰਸ ਪਹਿਚਾਨਿਆ, ਇਹ ਰਸ ਛਾੜੇ ਆ ਜਿਹੜੇ ਦੁਨਿਆਵੀ ਰਸ ਨੇ। ਜਦੋਂ ਮੈਂ ਇਹਨਾਂ ਰਸਾਂ ਦੇ ਤਲ ਤੋਂ ਉੱਪਰ ਉੱਠਿਆ, ਛਾੜੇ ਦਾ ਮਤਲਬ ਛੱਡਣਾ ਨਹੀਂ ਹੈ, ਉੱਪਰ ਉੱਠਣਾ ਹੈ। ਜਦੋਂ ਮੈਂ ਇਹਨਾਂ ਸੰਸਾਰਿਕ ਰਸਾਂ ਤੋਂ ਉੱਪਰ ਉੱਠਿਆ, ਮੈਂ ਕਈ ਵਾਰੀ ਬੇਨਤੀ ਕਰਨਾ ਸਾਧ ਸੰਗਤ, ਘੰਟਾ ਬਹਿ ਕੇ ਕੀਰਤਨ ਸੁਣਿਆ, ਸਾਨੂੰ ਨਹੀਂ ਪਤਾ ਲੱਗਾ ਵੀ ਇਸ ਸ਼ਬਦ ਦਾ ਭਾਵ ਕੀ, ਇਹ ਸ਼ਬਦ ਵਿੱਚ ਕੀ ਆਖਿਆ ਹੈ, ਸ਼ਬਦ ਦੀ ਗਹਿਰਾਈ ਕੀ ਹੈ, ਸ਼ਬਦ ਕੀ ਸਾਨੂੰ ਜੀਵਨ ਜਾਂਚ ਦੇ ਰਿਹਾ ਹੈ, ਨਹੀਂ ਸਮਝ ਆਈ। ਬਸ ਜਿਵੇਂ ਲੰਗਰ ਹਾਲ ਵਿੱਚ ਗਏ, ਲੰਗਰ ਰਸਨਾ ਤੇ ਰੱਖਿਆ, ਉਸੇ ਟਾਈਮ ਆਵਾਜ਼ਾਂ ਮਾਰ ਕੇ ਕਹਿਣੀਆਂ ਸ਼ੁਰੂ ਕਰ ਦਿੱਤੀਆਂ, ਅੱਜ ਸਬਜ਼ੀ ਸਵਾਦ ਨਹੀਂ ਬਣੀ, ਅੱਜ ਲੰਗਰ ਸਵਾਦ ਨਹੀਂ ਬਣਿਆ। ਕਿੰਨੇ ਬਣਾਇਆ ਲੰਗਰ ਅੱਜ? ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕਹਿੰਦੇ ਨੇ ਕਮਾਲ ਹੈ ਤੇਰੀ ਬੰਦਿਆ, ਘੰਟਾ ਬਹਿ ਕੇ ਤੂੰ ਬਾਣੀ ਨੂੰ ਸੁਣਿਆ, ਤੈਨੂੰ ਰਸ ਆਇਆ ਹੀ ਨਹੀਂ, ਤੈਨੂੰ ਪਦਾਰਥਾਂ ਦੇ ਰਸ ਦੀ ਸਮਝ ਅਜੇ ਵੀ। ਹਾਂ, ਹੋਣਾ ਇਹ ਚਾਹੀਦਾ ਸੀ ਜਦੋਂ ਘੰਟਾ ਬਹਿ ਕੇ ਸੁਣਿਆ, ਫਿਰ ਗੁਰੂ ਕਾ ਪ੍ਰਸ਼ਾਦਾ, ਗੁਰੂ ਕਾ ਲੰਗਰ, ਲੰਗਰ ਸਮਝ ਕੇ ਉਹਨੂੰ, ਪ੍ਰਸ਼ਾਦ ਸਮਝ ਕੇ ਉਹਨੂੰ ਛਕਦਾ, ਤੈਨੂੰ ਸਮਝ ਆਣੀ ਸੀ ਵੀ ਇਹਦਾ ਰਸ ਕੀ, ਇਹਦਾ ਸਵਾਦ ਕੀ ਹੈ। ਦੁਨੀਆ ਦੇ ਰਸਾਂ ਕਸਾਂ ਦੇ ਵਿੱਚ ਖੁਆਰ ਹੋਇਆ ਬੰਦਾ ਤੇ ਹਰ ਜਗ੍ਹਾ ਤੇ ਕਮੀਆਂ ਲੱਭਦਾ ਹੈ, ਪਰ ਨਾਮ ਦੇ ਰਸ ਵਿੱਚ ਜੁੜੇ ਬੰਦੇ ਨੂੰ ਕਿਤੋਂ ਕਮੀ ਨਹੀਂ ਲੱਭੇਗੀ। ਉਹ ਕਹੇਗੀ ਸਤਿਗੁਰੂ ਜਿਹੜਾ ਰਸ ਮੈਨੂੰ ਤੇਰੇ ਨਾਮ ਵਿੱਚੋਂ ਆ ਗਿਆ, ਇਸ ਰਸ ਦੀ ਸੰਸਾਰ ਦੇ ਅੰਦਰ ਕਿਤੇ ਵੀ ਇਹਦੇ ਤੁਲ ਕੋਈ ਪਦਾਰਥ ਨਹੀਂ, ਕੋਈ ਰਸ ਨਹੀਂ। ਮੇਰੇ ਸਤਿਗੁਰੂ ਜੀ ਤਾਂ ਕਹਿੰਦੇ ਨੇ ਇਹ ਰਸ ਛਾੜੇ ਉਹ ਰਸ ਆਵਾ, ਉਹ ਰਸ ਪੀਆ ਇਹ ਰਸ ਨਹੀਂ ਭਾਵਾ। ਜਦੋਂ ਉਹ ਰਸ ਪੀ ਲਿਆ ਨਾ, ਫਿਰ ਆਹ ਦੁਨਿਆਵੀ ਰਸ ਭਾਣਗੇ ਨਹੀਂ, ਇਹ ਚੰਗੇ ਨਹੀਂ ਲੱਗਣਗੇ, ਕਿਉਂਕਿ ਸੁਰਤ ਇਹਨਾਂ ਤੋਂ ਬੜੀ ਉੱਚੀ ਉੱਠ ਜਾਏਗੀ। ਸਤਿਗੁਰ ਸਾਡੀ ਸੁਰਤ ਨੂੰ ਉੱਚਾ ਚੁੱਕਣਾ ਚਾਹੁੰਦੇ ਨੇ, ਤਾਂ ਹੀ ਪਾਤਸ਼ਾਹ ਕਹਿੰਦੇ ਨੇ ਆਤਮ ਰਸ ਜਿਹੀ ਜਾਣਿਆ, ਜਿਨੇ ਆਤਮ ਰਸ ਜਾਣ ਲਿਆ, ਹਿਰਦੇ ਦੇ ਰਸ ਨੂੰ ਜਾਣ ਲਿਆ, ਹਰ ਰੰਗ ਸਹਜੇ ਮਾਨ, ਉਹ ਫਿਰ ਪ੍ਰਮਾਤਮਾ ਦੇ ਪਿਆਰ ਨੂੰ ਆਤਮਕ ਅਡੋਲਤਾ ਦੇ ਨਾਲ ਮਾਣਦਾ ਹੈ। ਉਹ ਦਿਖਾਵੇ ਵਾਲੇ ਕਰਮਾਂ ਤੋਂ ਬਾਹਰ ਨਿਕਲ ਜਾਂਦਾ ਹੈ। ਸਾਧ ਸੰਗਤ ਇਸ ਗੱਲ ਨੂੰ ਸਮਝੀਏ, ਨਾਨਕ ਧੰਨ 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 ਜਨ ਆਏ ਤੇ ਪ੍ਰਵਾਨ। ਸਤਿਗੁਰ ਕਹਿੰਦੇ ਨੇ ਉਹ ਜਨ ਧਨ ਨੇ, ਉਹਨਾਂ ਦਾ ਸੰਸਾਰ ਤੇ ਆਇਆ ਪ੍ਰਵਾਨ ਹੈ। ਤਾਂ ਹੀ ਪਾਤਸ਼ਾਹ ਕਹਿੰਦੇ ਨੇ ਬਾਣੀ ਦੇ ਅੰਦਰ, ਮੀਠੇ ਹਰ ਗੁਣ ਗਾਓ ਜਿੰਦੂ ਤੂੰ ਮੀਠੇ ਹਰ ਗੁਣ ਗਾਓ, ਸੱਚੇ ਸਿੱਧੀ ਰਤਿਆ ਮਿਲਿਆ ਨਿਥਾਵੇਂ ਥਾਂ। ਜਦੋਂ ਤੂੰ ਸੱਚੇ ਨਾਲ ਜੁੜ ਗਿਆ, ਤੈਨੂੰ ਥਾਵਿਆਂ ਥਾਂ ਮਿਲ ਜਾਏਗਾ। ਪਰ ਦੁਨੀਆ ਦੇ ਰਸ ਕਸ ਵਿੱਚ ਖੁਆਰ ਹੋਇਆ ਬੰਦਾ ਨਾਮ ਦੇ ਰਸ ਨੂੰ ਸਮਝਦਾ ਹੀ ਨਹੀਂ। ਇਹਦੇ ਲਈ ਸੰਸਾਰ ਦੇ ਰਸ ਹੀ ਮਾਇਨੇ ਰੱਖਦੇ ਨੇ, ਪਰਮਾਤਮਾ ਦੇ ਨਾਮ ਰਸ ਦੀ ਇਹਨੂੰ ਸੋਝੀ ਕੋਈ ਨਹੀਂ। ਘਰ ਵਿੱਚ ਫੰਕਸ਼ਨ ਕਰਨਾ ਹੋਵੇ ਨਾ ਸਾਧ ਸੰਗਤ, ਬੰਦਾ 10 ਦਿਨ ਪਹਿਲੋਂ, ਮਹੀਨਾ ਪਹਿਲੋਂ ਤਿਆਰੀਆਂ ਸ਼ੁਰੂ ਕਰ ਦਿੰਦਾ ਹੈ। ਕਿਹੜੀ ਕਿਹੜੀ ਡਿਸ਼ ਖਾਣ ਲਈ, ਕਿਹੜਾ ਕਿਹੜਾ ਸਟਾਲ ਲਗਾਉਣਾ ਹੈ, ਕਿਹੜੀ ਕਿਹੜੀ ਡਿਸ਼ ਬਣਾਉਣੀ, ਕਿੰਨੀਆਂ ਸਬਜ਼ੀਆਂ ਬਣਾਉਣੀਆਂ ਨੇ, ਕਿੰਨੇ ਤਰ੍ਹਾਂ ਦੇ ਪਕਵਾਨ ਤਿਆਰ ਕਰਨੇ ਨੇ। ਪਰ ਸੱਚ ਇਹ ਹੈ, 1 ਘੰਟਾ ਘਰ ਦੇ ਵਿੱਚ ਸਤਿਗੁਰ ਦੀ ਓਟ ਆਸਰਾ ਲੈ ਕੇ ਬਾਣੀ ਦਾ ਕੀਰਤਨ ਕਰਾਇਆ, ਪਾਠ ਕਰਾਇਆ, 1 ਅੱਖਰ ਵੀ ਨਹੀਂ ਸੁਣਿਆ, 1 ਅੱਖਰ ਵੀ ਨਹੀਂ ਸਮਝਿਆ,
ਬੰਦਿਆ, ਦੁਨਿਆਵੀ ਪਦਾਰਥਾਂ ਨੂੰ ਤੇ ਤੂੰ ਸੰਸਾਰ ਵਿੱਚ ਪਹਿਲੋਂ ਵੀ ਮਾਣਦਾ ਸੈਂ। ਜੇ ਗੁਰੂ ਵੀ ਘਰ ਵਿੱਚ ਆ ਗਿਆ ਤੇ ਫਿਰ ਵੀ ਉੱਥੇ ਖੜੀ ਰਹੀ ਤੇਰੀ ਸੁਰਤ, ਫਿਰ ਮੈਨੂੰ ਦੱਸ ਤੇਰੇ ਇਹ ਕੀਤੇ ਦਾ ਕੀ ਲਾਭ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਗੁਰੂ ਅਮਰਦਾਸ ਜੀ ਕਹਿੰਦੇ ਨੇ, ਇਹ ਰਸਨਾ, ਸਵਾਲ ਕੀਤਾ ਸਤਿਗੁਰ ਨੇ ਰਸਨਾ ਨੂੰ, ਆਪਣੇ ਆਪ ਨਾਲ ਸਤਿਗੁਰ ਜੀ ਗੱਲ ਕਰਕੇ ਕਹਿੰਦੇ ਨੇ, ਆਪਣੇ ਆਪ ਨਾਲ ਗੱਲ ਕਰ, ਪੁੱਛ ਆਪਣੇ ਆਪ ਨੂੰ, ਆਪਣੀ ਇਸ ਰਸਨਾ ਨੂੰ, ਜਿਨੇ ਪ੍ਰਮਾਤਮਾ ਦੇ ਗੁਣ ਗਾਣੇ ਸਨ, ਜਿਨੇ ਪ੍ਰਮਾਤਮਾ ਦੀ ਉਸਤਤ ਕਰਨੀ ਸੀ, ਜਿਨੇ ਰੱਬ ਜੀ ਦੇ ਗੁਣ ਗਾ ਗਾ ਕੇ ਰੱਬ ਜੀ ਦੇ ਵਿੱਚ ਇਕਮਿਕ ਹੋਣਾ ਸੀ। ਇਸ ਰਸਨਾ ਨੂੰ ਸਵਾਲ ਕਰ, ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੂੰ ਹੋਰ ਪਦਾਰਥਾਂ ਦੇ ਰਸ ਵਿੱਚ ਖੁਆਰ ਹੋਈ ਰਹੀ, ਤੇਰੀ ਪਿਆਸ ਨਾ ਜਾਏ। ਇਹ ਰਸਨਾ ਇੱਕ ਗੱਲ ਚੇਤੇ ਰੱਖ, ਇਹਨਾਂ ਪਦਾਰਥਾਂ ਦੇ ਰਸ ਵਿੱਚ ਖੁਆਰ ਹੋਈਏ, ਇਹ ਰਸ ਭਾਵੇਂ ਤੂੰ ਅਖੀਰਲੇ ਸਮੇਂ ਤੱਕ ਵੀ ਖਾਂਦੀ ਰਹਿ, ਪਰ ਇਹਨਾਂ ਨਾਲ ਤੇਰੀ ਪਿਆਸ ਨਹੀਂ ਬੁਝਣੀ। ਸਾਧ ਸੰਗਤ, ਦੁਨਿਆਵੀ ਪਦਾਰਥਾਂ ਦੇ ਰਸ ਅਖੀਰਲੇ ਸਮੇਂ ਤੱਕ ਵੀ ਨਹੀਂ ਮੁੱਕਦੇ। ਬੰਦਾ ਅਖੀਰਲੇ ਸਮੇਂ ਤੱਕ ਵੀ ਚਸਕਿਆਂ ਦੇ ਵਿੱਚ ਰਹਿੰਦਾ ਹੈ, ਜੀਭ ਦੇ ਰਸ ਵਿੱਚ ਰਹਿੰਦਾ ਹੈ, ਪਰ ਜਦੋਂ ਸਤਿਗੁਰ ਕਹਿੰਦੇ ਨੇ ਇਹ ਰਸਨਾ ਨਾਮ ਨਾਲ ਜੁੜ ਜਾਏਗੀ ਨਾ, ਫਿਰ ਸਮਝ ਆਏਗੀ, ਜਿਹਨੂੰ ਪਾਤਸ਼ਾਹ ਜੀ ਬਾਣੀ ਵਿੱਚ ਕਹਿੰਦੇ ਨਾ, ਨਾਮ ਕਹਿਤ ਗੋਬਿੰਦ ਕਾ ਸੂਚੀ ਪਈ ਰਸਨਾ, ਮਨ ਤਨ ਨਿਰਮਲ ਹੋਈ ਹੈ, ਗੁਰ ਕਾ ਜਪ ਜਪਣਾ। ਫਿਰ ਜਪਿਆ ਰਸਨਾ ਨੇ ਤੇ ਮਨ ਤਨ ਵੀ ਨਿਰਮਲ ਹੋ ਗਿਆ। ਗੁਰੂ ਅਰਜਨ ਸਾਹਿਬ ਜੀ ਦਾ ਟੋਡੀ ਰਾਗ ਵਿੱਚ ਇੱਕ ਬਚਨਾ ਪੜ੍ਹਦੇ ਸਾਹਿਬ ਕਹਿੰਦੇ ਨੇ, ਰਸਨਾ ਗੁਣ ਗੋਪਾਲ ਨਿਦ ਗਾਇਨ। ਹੈ ਭਾਈ, ਆਪਣੀ ਇਸ ਰਸਨਾ ਦੇ ਨਾਲ ਪਰਮਾਤਮਾ ਦੇ ਕੀਮਤੀ ਗੁਣ ਚੇਤੇ ਕਰ। ਤੇ ਪੁੱਛ ਲਿਆ ਸਤਿਗੁਰ ਨੂੰ ਵੀ ਸਤਿਗੁਰ ਜੀ ਮੈਂ ਗੁਣ ਗਾ ਲਏ ਇਸ ਰਸਨਾ ਦੇ ਨਾਲ, ਤੇ ਮੇਰੇ ਮਾਲਕ ਜੀ ਫਿਰ ਪਾਤਸ਼ਾਹ ਕਹਿੰਦੇ ਨੇ ਫਿਰ ਹੋਏਗਾ ਕੀ, ਵੇਖ ਜਿਹੜੀਆਂ ਦਾਤਾਂ ਤੈਨੂੰ ਮਿਲਣੀਆਂ ਨੇ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਨੇ ਹੁਣ ਉਹਨਾਂ ਦਾਤਾਂ ਦੀ ਗਿਣਤੀ ਕਰ। ਪਾਤਸ਼ਾਹ ਜੀ ਉਹ ਕਿਹੜੀਆਂ? ਸਾਹਿਬ ਕਹਿੰਦੇ ਨੇ, ਰਸਨਾ ਗੁਣ ਗੋਪਾਲ ਨਿਦ ਗਾਇਨ, ਸ਼ਾਂਤ ਸਹਿਜ ਰਹਸ ਮਨ ਉਪਜਿਓ, ਸਗਲੇ ਦੁਖ ਪਲਾਇਨ। ਤੈਨੂੰ ਬਾਹਰ ਮੁਖੀ ਟਿਕਾਉ ਮਿਲੇਗਾ, ਤੈਨੂੰ ਅੰਤਰੀਵ ਟਿਕਾਉ ਮਿਲੇਗਾ, ਆਤਮਿਕ ਅਡੋਲਤਾ ਦੀ ਦਾਤ ਮਿਲੇਗੀ, ਆਤਮਿਕ ਆਨੰਦ ਦੀ ਦਾਤ ਮਿਲੇਗੀ। ਸਤਿਗੁਰ ਕਹਿੰਦੇ ਨੇ ਇੰਨਾ ਹੀ ਨਹੀਂ, ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ, ਸਗਲੇ ਦੁਖ ਪਲਾਇਨ। ਤੇਰੇ ਮਨ ਵਿੱਚੋਂ ਦੁੱਖ ਦੂਰ ਹੋ ਜਾਣਗੇ, ਪਲਾਇਨ ਹੋ ਜਾਣਗੇ। ਪਲਾਇਨ ਦਾ ਮਤਲਬ ਹੁੰਦਾ ਦੂਰ ਹੋ ਜਾਣਾ। ਤੂੰ ਇਹਨਾਂ ਦੁੱਖਾਂ ਦੇ ਉੱਪਰ ਗੁਰੂ ਦੇ ਸ਼ਬਦ ਦੇ ਨਾਲ ਜਿੱਤ ਪ੍ਰਾਪਤ ਕਰ ਲਏਗਾ। ਤੈਨੂੰ ਸਮਝ ਆ ਜਾਏਗੀ, ਦੁੱਖ ਨਹੀਂ ਸਭ ਸੁਖ ਹੀ ਹੈ ਰੇ, ਹਾਰ ਨਹੀਂ ਸਭ ਜਿੱਤੈ। ਪਰ ਪਾਤਸ਼ਾਹ ਕਹਿੰਦੇ ਨੇ ਤਾਂ ਜੇ ਤੂੰ ਆਪਣੀ ਰਸਨਾ ਦੇ ਨਾਲ ਗੱਲ ਕਰਕੇ ਇਹਨੂੰ ਰੱਬ ਦੇ ਗੁਣਾਂ ਨਾਲ ਜੋੜ ਲੇਗਾ, ਤਾਂ ਹੀ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ, ਗੁਰੂ ਅਮਰਦਾਸ ਜੀ, ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਆਨ ਰਸਾਂ ਜੇ ਤੇ ਤੈਂ ਚਾਖੇ, ਨਿਮਕ ਨਾ ਤ੍ਰਿਸ਼ਨਾ ਤੇਰੀ ਲਾਥੇ। ਹਰ ਰਸ ਕਾ ਤੂੰ ਚਾਖੇ ਸਾਦ। ਜੇ ਤੂੰ ਪ੍ਰਮਾਤਮਾ ਦੇ ਨਾਮ ਰਸ ਦਾ ਸਵਾਦ ਚੱਖ ਲੈ, ਚਾਖਤ ਹੋਏ ਰਹੇ ਬਿਸ਼ਮਾਦ। ਫਿਰ ਚਖਣ ਦੀ ਦੇਰ ਸੀ ਤੂੰ ਵਿਸ਼ਮਾਦ ਵਿੱਚ, ਆਤਮਿਕ ਖੇੜੇ ਵਿੱਚ ਚਲਾ ਜਾਏਗਾ। ਫਿਰ ਤੇਰੇ ਅੰਦਰ ਆਤਮਿਕ ਖੇੜਾ ਪੈਦਾ ਹੋ ਜਾਏਗਾ। ਫਿਰ ਤੇਰੀ ਅਵਸਥਾ ਬਣ ਜਾਏਗੀ, ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਤ। ਪਾਤਸ਼ਾਹ ਕਹਿੰਦੇ ਨੇ ਇਹ ਐਵੇਂ ਨਹੀਂ ਬਣਨੀ, ਇਹਦੇ ਲਈ ਤੈਨੂੰ ਉਦਮ ਕਰਨਾ ਪੈਣਾ ਹੈ। ਇਹਦੇ ਲਈ ਤੈਨੂੰ ਆਪਣੀ ਰਸਨਾ ਨਾਲ ਗੱਲਬਾਤ ਕਰਨੀ ਪੈਣੀ ਹੈ, ਤੈਨੂੰ ਸਮਝਾਉਣਾ ਪੈਣਾ ਹੈ। ਪਿਆਸ ਨਾ ਜਾਏ ਹੋਰ ਤ ਕਿਤੈ। ਇਹ ਰਸਨਾ ਹੋਰ ਕਿਸੇ ਉਪਾਅ ਨਾਲ ਇਹ ਪਿਆਸ ਨਹੀਂ ਬੁਝਣੀ, ਨਹੀਂ ਮੁੱਕਣੀ। ਜਿਚਰ ਹਰ ਰਸ ਪੱਲੇ ਨਾ ਪਾਏ। ਜਿੰਨੀ ਦੇਰ ਤੱਕ ਤੂੰ ਪਰਮਾਤਮਾ ਦੇ ਨਾਮ ਰਸ ਨਾਲ ਨਹੀਂ ਜੁੜਦਾ, ਪੱਲੇ ਨਾ ਪਾਏ ਦਾ ਮਤਲਬ ਹੈ ਪੱਲੇ ਨਾਲ ਨਾ ਪਾਣਾ, ਭਾਵ ਨਾਲ ਨਾ ਜੁੜਨਾ। ਜਿੰਨੀ ਦੇਰ ਤੱਕ ਤੂੰ ਇਹਦੇ ਨਾਲ ਜੁੜੇਗਾ ਨਹੀਂ, ਪਾਤਸ਼ਾਹ ਜੀ ਕਹਿੰਦੇ ਨੇ, ਹਰ ਰਸ ਪਾਏ ਪੱਲੇ। ਜਦੋਂ ਇਹ ਰਸ ਤੇਰੇ ਪੱਲੇ ਪੈ ਜਾਏਗਾ, ਭਾਵ ਜਦੋਂ ਇਹ ਰਸ ਤੇਰੇ ਅੰਦਰ ਟਿਕ ਜਾਏਗਾ,
ਜਦੋਂ ਇਸ ਰਸ ਦੇ ਨਾਲ ਤੇਰਾ ਸੰਬੰਧ ਜੁੜ ਜਾਏਗਾ, ਪਾਤਸ਼ਾਹ ਕਹਿੰਦੇ ਨੇ ਹਰ ਰਸ ਪਾਏ ਪੱਲੇ ਪੀਏ ਹਰ ਰਸ, ਫਿਰ ਤੂੰ ਨਾਮ ਰਸ ਨੂੰ ਪੀਵੇਂਗਾ। ਹਰ ਰਸ ਪਾਏ ਪੱਲੇ ਪੀਏ ਹਰ ਰਸ, ਬਹੁੜ ਨਾ ਤ੍ਰਿਸ਼ਨਾ ਲਾਗੇ ਆਏ, ਫਿਰ ਦੁਨਿਆਵੀ ਤ੍ਰਿਸ਼ਨਾ ਤੈਨੂੰ ਮੁੜ ਕੇ ਵਿਆਪੇਗੀ ਨਹੀਂ। ਨਹੀਂ ਤੇ ਸਤਿਗੁਰ ਕਹਿੰਦੇ ਨੇ ਵੱਡੇ ਵੱਡੇ ਰਾਜਨ ਅਰਪੂ ਮਨ ਤਾਂ ਕੀ ਤ੍ਰਿਸ਼ਨ ਨਾ 부ਜੀ, ਲਪਟ ਰਹੇ ਮਾਇਆ ਰਸ ਮਾਤੇ ਲੋਚਨ ਕਛੂ ਨਾ ਸੂਜੀ। ਪਾਤਸ਼ਾਹ ਕਹਿੰਦੇ ਨੇ ਕਿੰਨੇ ਵੱਡੇ ਵੱਡੇ ਰਾਜੇ ਮਹਾਰਾਜੇ ਇਸ ਧਰਤੀ ਤੇ ਬੜੇ ਵੱਡੇ ਵੱਡੇ ਭੂਮ ਦੇ ਮਾਲਕ ਵੇਖੇ ਨੇ, ਪਰ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਨੇ ਉਹਨਾਂ ਦੇ ਜੀਵਨ ਦੇ ਵਿੱਚੋਂ ਤ੍ਰਿਸ਼ਨਾ ਕਦੇ ਮੁੱਕਦੀ ਨਹੀਂ। ਜਿਨ੍ਹਾਂ ਦੇ ਜੀਵਨ ਵਿੱਚੋਂ ਤ੍ਰਿਸ਼ਨਾ ਨਹੀਂ ਮੁੱਕਦੀ, ਉਹ ਕਦੀ ਨਾਮ ਨਾਲ ਜੁੜ ਹੀ ਨਹੀਂ ਸਕਦੇ। ਪਰ ਜਿਹਨੂੰ ਸਮਝ ਆ ਜਾਏ, ਕਹਿੰਦੇ ਨੇ ਨਾਮਦੇਵ ਜੀ ਦਾ ਇੱਕ ਬਚਨ ਬੜਾ ਪਿਆਰਾ, ਕਹਿੰਦੇ ਨੇ ਰੇ ਜਿਹਬਾ ਕਰੋ ਸਤਖੰਡ, ਹੇ ਮੇਰੀ ਜੀਭਾ ਮੈਂ ਤੇਰੇ ਹਜ਼ਾਰਾਂ ਟੁਕੜੇ ਕਰ ਦਿਆਂ। ਭਗਤ ਨਾਮਦੇਵ ਜੀ ਇਸ ਜੀਭਾ ਨਾਲ ਪ੍ਰਮਾਤਮਾ ਦੀ ਉਸਤਤ ਕਰਨੀ, ਵਡਿਆਈ ਕਰਨੀ, ਗੁਣ ਗਾਣੇ, ਤੁਸੀਂ ਕਹਿੰਦੇ ਹੋ ਮੈਂ ਹਜ਼ਾਰਾਂ ਟੁਕੜੇ ਕਰ ਦਿਆਂ, ਕਿਉਂ? ਭਗਤ ਜੀ ਕਹਿੰਦੇ ਨੇ ਰੇ ਜਿਹਬਾ ਕਰੋ ਸਤਖੰਡ, ਜਾਮ ਨਾ ਉਚਰਸ ਸ਼੍ਰੀ ਗੋਬਿੰਦ। ਜਿੰਨੀ ਦੇਰ ਤੱਕ ਤੂੰ ਪ੍ਰਮਾਤਮਾ ਦੇ ਗੁਣਾਂ ਨੂੰ ਚੇਤੇ ਨਹੀਂ ਕਰਦੀ, ਭਗਤ ਨਾਮਦੇਵ ਜੀ ਕਹਿੰਦੇ ਨੇ ਕਿਉਂ ਨਾ ਮੈਂ ਤੇਰੇ ਹਜ਼ਾਰਾਂ ਟੁਕੜੇ ਕਰ ਦਿਆਂ। ਕਮਾਲ ਦੀ ਗੱਲ ਹੈ ਵੀ ਜੇ ਨਾਮ ਨਾਲ ਨਹੀਂ ਜੁੜੀ ਤੇ ਬਾਬਾ ਜੀ ਕਹਿੰਦੇ ਨੇ ਮੈਂ ਹਜ਼ਾਰਾਂ ਟੁਕੜੇ ਕਰ ਦਿਆਂ। ਤਵੱਜੋ ਦਿਆ ਜੇ ਸਾਧ ਸੰਗਤ, ਆਪਣੇ ਅੰਦਰ ਝਾਤ ਮਾਰ ਕੇ ਵੇਖੀਏ। ਆਪਾਂ ਜਿੰਨੇ ਗੁਰੂ ਕੀ ਗੋਦ ਵਿੱਚ ਬੈਠੇ ਆ, ਆਪਣੇ ਅੰਦਰ ਝਾਤ ਮਾਰ ਕੇ ਵੇਖੀਏ ਵੀ ਕਿੰਨਾ ਕੁ ਅਸੀਂ ਆਪਣੀ ਰਸਨਾ ਨੂੰ ਪ੍ਰੇਰਨੇ ਆ, ਕਿੰਨਾ ਕੁ ਆਪਣੇ ਮਨ ਨਾਲ ਗੱਲ ਕਰਨੇ ਆ, ਕਿੰਨਾ ਕੁ ਆਪਣੇ ਮਨ ਨੂੰ ਸਮਝਾਉਣ ਦਾ ਯਤਨ ਕਰਨੇ ਆ, ਨਹੀਂ ਕਰਦੇ। ਇਸੇ ਕਰਕੇ ਬਹੁਤ ਪਿੱਛੇ ਖੜੇ ਹੋਏ ਆ। ਜੇ ਅੱਗੇ ਨਿਕਲਣਾ ਹੈ ਤੇ ਸਤਿਗੁਰ ਕਹਿੰਦੇ ਨੇ ਮਨ ਨਾਲ ਗੱਲ ਕਰਨੀ ਪਏਗੀ, ਸਮਝਾਣਾ ਪਏਗਾ। ਰਸ ਅੰਮ੍ਰਿਤ ਨਾਮ ਰਸ ਅਤ ਪਲਾ, ਕਿਤ ਬਿਦ ਮਿਲੈ ਰਸ ਆਏ। ਮੈਂ ਸੁਣਿਆ ਰਸ ਬੜਾ ਭਲਾ ਹੈ, ਇਸ ਰਸ ਦਾ ਸਵਾਦ ਬੜਾ ਮਿੱਠਾ ਹੈ, ਪਰ ਮਨ 'ਚ ਖਿਆਲ ਪੈਦਾ ਹੋਇਆ ਵੀ ਸਤਿਗੁਰ ਮਿਲੇਗਾ ਕਿਵੇਂ। ਇਹ ਜਗਿਆਸੂ ਦੇ ਅੰਦਰ ਦੀ ਗੱਲ ਹੈ। ਜਾਏ ਪੁੱਛੋ ਸੁਹਾਗਣੀ, ਤੁਸਾਂ ਕਿਉ ਕਰ ਮਿਲਿਆ ਪ੍ਰਭ ਆਏ। ਫਿਰ ਮੈਂ ਜਾ ਕੇ ਉਦਮ ਕੀਤਾ, ਪੁੱਛਿਆ ਜਿਹੜੇ ਇਸ ਰਸ ਨਾਲ ਜੁੜੇ ਹੋਏ ਸਨ, ਤੁਸੀਂ ਕਿਵੇਂ ਪਾਇਆ, ਕਿਵੇਂ ਮਿਲਿਆ, ਕਿਵੇਂ ਤੁਹਾਨੂੰ ਇਹ ਰਸ ਪ੍ਰਾਪਤ ਹੋਇਆ। ਉਹ ਵੇ ਪਰਵਾਹ ਨਾ ਬੋਲਣੀ, ਹੋ ਮਲ ਮਲ ਧੋਵਾਂ ਤਿਨ ਪਾਏ। ਪਰ ਉਹ ਰੱਬ ਦੇ ਗੁਣਾਂ ਵਿੱਚ ਜੁੜੀਆਂ ਵੇ ਪਰਵਾਹ, ਉਹਨਾਂ ਨੂੰ ਕਿਸੇ ਲਾਲਚ ਦਾ ਤਮਾ ਨਹੀਂ ਹੈ, ਕੋਈ ਖਿਆਲ ਨਹੀਂ ਉਹਨਾਂ ਦੇ ਮਨ ਵਿੱਚ ਵੀ ਅਸੀਂ ਤਾਂ ਇਹ ਸੌਦਾ, ਉਹਨਾਂ ਲਈ ਇਹ ਸੌਦਾ, ਇਹ ਵਪਾਰ ਨਹੀਂ, ਉਹਨਾਂ ਲਈ ਇਹ ਜੀਵਨ ਜਾਂਚ ਹੈ। ਉਹਨਾਂ ਨੂੰ ਜਿੰਨੇ ਮਰਜ਼ੀ ਲਾਲਚ ਦੇ ਲੋ, ਵੇ ਪਰਵਾਹ ਨੇ। ਪਰ ਪਾਤਸ਼ਾਹ ਜੀ ਕਹਿੰਦੇ ਨੇ ਉਹ ਵੇ ਪਰਵਾਲ ਨਾ ਬੋਲਣੀ, ਹੋ ਮਲ ਮਲ ਤੋਵਾਂ ਤਿਨ ਪਾਏ। ਭਾਈ ਰੇ ਮਿਲ ਸੱਜਣ ਹਰ ਗੁਣ ਸਾਰ, ਗੁਰੂ ਨਾਲ ਮਿਲ ਕੇ ਨਾ ਗੁਣਾਂ ਦੀ ਸੰਭਾਲ ਕਰ। ਸੱਜਣ ਸਤਿਗੁਰ ਪੁਰਖ ਹੈ, ਦੁੱਖ ਕੱਢੈ ਹਉਮੈ ਮਾਰ। ਫਿਰ ਗੁਰੂ ਅੰਦਰੋਂ ਹਉਮੈ ਨੂੰ ਮਾਰ ਕੇ ਕੱਢ ਦਿੰਦਾ ਹੈ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਨੇ ਹਰ ਰਸ ਪਾਏ ਪੱਲੇ ਪੀਏ ਹਰ ਰਸ, ਬਹੁੜ ਨਾ ਤ੍ਰਿਸ਼ਨਾ ਲਾਗੇ ਆਏ। ਸਤਿਗੁਰ ਕਹਿੰਦੇ ਨੇ ਫਿਰ ਤ੍ਰਿਸ਼ਨਾ ਤੇਰੇ ਨੇੜੇ ਵੀ ਨਹੀਂ ਆਏਗੀ। ਭਾਵ ਦੁਨਿਆਵੀ ਪਦਾਰਥਾਂ ਦੇ ਰਸ, ਕਸ, ਨਿੰਦਾ, ਚੁਗਲੀ, ਇਹ ਤੇਰੇ ਜੀਭਾਂ ਨੂੰ, ਤੇਰੇ ਮਨ ਨੂੰ, ਤੇਰੇ ਅੰਦਰ ਦੀ ਵਿਚਾਰ ਨੂੰ ਖਿੰਡਾ ਨਹੀਂ ਸਕਣਗੇ। ਫਿਰ ਤੂੰ ਇਹਨਾਂ ਰਸ ਕਸਾਂ ਤੋਂ ਬਹੁਤ ਉੱਚਾ ਉੱਠ ਜਾਏਗਾ। ਸਿਰਫ ਪਦਾਰਥਾਂ ਦੇ ਰਸ ਥੋੜਾ ਨਹੀਂ ਸਾਧ ਸੰਗਤ, ਇਸ ਰਸਨਾ ਨੂੰ ਨਿੰਦਾ ਦਾ ਵੀ ਰਸ ਹੈ, ਚੁਗਲੀ ਦਾ ਵੀ ਰਸ ਹੈ, ਇਸ ਰਸਨਾ ਨੂੰ ਮਾੜੇ ਬੋਲਣ ਦਾ ਵੀ ਰਸ ਹੈ। ਤਾਂ ਹੀ ਸਤਿਗੁਰ ਨੇ ਆਖਿਆ ਰਸਨਾ ਫਿੱਕਾ ਬੋਲਦੀ। ਜਿਹੜੀ ਰਸਨਾ ਫਿੱਕਾ ਬੋਲਦੀ ਏ, ਪਾਤਸ਼ਾਹ ਕਹਿੰਦੇ ਨੇ ਉਹ ਫਿਰ ਮਾਲਕ ਦੇ ਨਾਮ ਨਾਲ ਨਹੀਂ ਜੁੜ ਸਕਦੀ। ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਨੇ ਇਹ ਹਰ ਰਸ ਕਰਮੀ ਪਾਈਏ। ਇਹ ਜਿਹੜਾ ਨਾਮ ਰਸ ਏ, ਇਹ ਮਾਲਕ ਦੀ ਬਖਸ਼ਿਸ਼ ਦੇ ਨਾਲ ਮਿਲਦਾ ਹੈ, ਕਿਰਪਾ ਦੇ ਨਾਲ ਮਿਲਦਾ ਹੈ। ਇਹ ਉਹਦੀ ਕਿਰਪਾ ਤੋਂ ਬਿਨਾਂ, ਬਖਸ਼ਿਸ਼ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦਾ। ਸਤਿਗੁਰੂ ਬਖਸ਼ਿਸ਼ ਕਿਵੇਂ ਮਿਲਦੀ ਹੈ? ਸਤਿਗੁਰ ਮਿਲੇ ਜਿਸੇ ਆਏ। ਇਹ ਬਖਸ਼ਿਸ਼ ਉਹਨਾਂ ਨੂੰ ਮਿਲਦੀ ਜਿਹੜੇ ਸੱਚੇ ਸਤਿਗੁਰ ਨੂੰ ਮਿਲ ਪੈਂਦੇ ਨੇ, ਜਿਹੜੇ ਸੱਚੇ ਸਤਿਗੁਰ ਨਾਲ ਮਿਲ ਪੈਂਦੇ ਨੇ। ਕਹੇ ਨਾਨਕ ਹੋਰ ਅਨ ਰਸ ਸਭ ਵਿਸਰੈ। ਇਹ ਨਾਨਕ ਜੀ ਆਖ
ਉਹਨਾਂ ਦੇ ਜੀਵਨ ਵਿੱਚੋਂ ਹੋਰ ਰਸਾਂ ਦੇ ਸਵਾਦ ਵਿਸਰ ਜਾਂਦੇ ਨੇ। ਉਹਨਾਂ ਨੂੰ ਸਮਝ ਆ ਜਾਂਦੀ ਫੀਕੇ ਹਰ ਕੇ ਨਾਮ ਬਿਨ ਸਾਰ। ਪਰਮਾਤਮਾ ਜੀ ਤੁਹਾਡੇ ਨਾਮ ਤੋਂ ਬਿਨਾਂ ਹੋਰ ਸਭ ਸਵਾਦ ਫਿੱਕੇ ਨੇ। ਅੰਮ੍ਰਿਤ ਰਸ ਕੀਰਤਨ ਹਰ ਗਾਈਐ ਅਹਨਿਸ ਪੂਰਨ ਨਾਦ। ਔਰ ਨਿਤਾ ਪ੍ਰਤੀ ਆਪਣੇ ਜੀਵਨ ਦੀ ਕਿਰਿਆ ਬਣਾ ਲੈਂਦੇ ਨੇ। ਗੁਣਾਂ ਨਾਲ ਜੁੜਨਾ, ਨਾਮ ਨਾਲ ਜੁੜਨਾ, ਬਾਣੀ ਨਾਲ ਜੁੜਨਾ, ਸੱਚ ਨਾਲ ਜੁੜਨਾ, ਇਹ ਉਹਨਾਂ ਦੇ ਜੀਵਨ ਦਾ ਰਸ ਬਣ ਜਾਂਦਾ ਹੈ। ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਨੇ, ਕਹੇ ਨਾਨਕ ਹੋਰ ਅਨ ਰਸ ਸਭ ਵਿਸਰੈ। ਹੈ ਨਾਨਕ ਜੀ, ਇਹ ਆਖ ਉਸ ਜੀਵਾ ਤੋਂ ਹੋਰ ਅਨੇਕਾਂ ਜਿਹੜੇ ਅਨ ਰਸ ਹੋਰ ਰਸ ਨੇ ਉਹ ਵਿਸਰ ਜਾਂਦੇ ਨੇ। ਜਾਂ ਹਰ ਵਸੈ ਮਨ ਆਏ, ਜਦੋਂ ਪ੍ਰਮਾਤਮਾ ਆਪ ਇਸ ਮਨ ਦੇ ਅੰਦਰ ਵਸ ਜਾਂਦਾ ਹੈ, ਜਦੋਂ ਕਰਤਾ ਆਪ ਇਸ ਘਰ ਦਾ ਵਾਸੀ ਬਣ ਜਾਂਦਾ ਹੈ, ਹਿਰਦੇ ਘਰ ਦੇ ਵਿੱਚ ਸ਼ੋਭਾ ਪਾਉਣ ਲੱਗ ਪੈਂਦਾ ਹੈ, ਫਿਰ ਦੁਨਿਆਵੀ ਰਸਾਂ ਤੋਂ ਰਸਨਾ ਉੱਪਰ ਉੱਠ ਜਾਂਦੀ ਹੈ। ਨਾਮ ਰਸ ਨਾਲ ਕੀਤੀ ਜਾਂਦੀ, ਨਾਮ ਰਸ ਨਾਲ ਜੁੜ ਜਾਂਦੀ ਹੈ। ਫਿਰ ਰਸਨਾ ਵਾਰ-ਵਾਰ ਬੋਲਦੀ ਹੈ ਕਿ ਹੇ ਮੇਰੇ ਮਾਲਕ ਜੀ, ਜੋ ਰਸ ਮੈਨੂੰ ਤੇਰੇ ਨਾਮ ਵਿੱਚੋਂ ਆਇਆ ਹੈ, ਉਹ ਰਸ ਮੈਨੂੰ ਸੰਸਾਰ ਦੇ ਪਦਾਰਥਾਂ ਵਿੱਚੋਂ ਨਹੀਂ ਆਇਆ। ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨ ਤੁਸੀਂ ਬਹੁਤ ਵਾਰੀ ਪੜ੍ਹਦੇ ਵੀ ਹੋ। ਪਾਤਸ਼ਾਹ ਕਹਿੰਦੇ ਨੇ ਕਿ ਹੇ ਮੇਰੇ ਮਾਲਕ ਜੀ, ਹੁਣ ਰਾਮ ਰਸਾਇਣ ਜੋ ਜਨ ਗੀਤੇ, ਚਰਨ ਕਮਲ ਪ੍ਰੇਮ ਭਗਤੀ ਵਿਦੇ, ਸਰਬ ਸੁਖਾਂ ਕਾ ਦਾਤਾ ਸਤਿਗੁਰ ਤਾਂ ਕੀ ਸ਼ਰਣੀ ਪਾਈਐ। ਦਰਸ਼ਨ ਪੇਟਤ ਹੋਤ ਆਨੰਦਾ, ਦੁਖ ਗਿਆ ਹਰ ਗਾਈਏ, ਹਰ ਰਸ ਪੀਵੋ ਪਾਈ। ਨਾਮ ਜਪੋ ਨਾਮੋ ਆਰਾਧੋ, ਗੁਰ ਪੂਰੇ ਕੀ ਸ਼ਰਨਾਈ। ਸਤਿਗੁਰ ਕਿਰਪਾ ਕਰਨ। ਗੁਰੂ ਅਮਰਦਾਸ ਪਾਤਸ਼ਾਹ ਜੀ ਆਪਣੇ ਨਾ ਅੰਮ੍ਰਿਤ ਤੇ ਅਮੋਲਕ ਬਚਨਾਂ ਨੂੰ ਸਮਝਣ ਦੀ ਦਾਤ ਸਾਧ ਸੰਗਤ ਸਾਨੂੰ ਸਭਨਾਂ ਨੂੰ ਆਪਣੇ ਚਰਨਾਂ ਵਿੱਚੋਂ ਬਖਸ਼ ਦੇਣ। ਹੋਈਆਂ ਗਲਤੀਆਂ ਬਖਸ਼ ਲੈਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ